ਓੰਕਾਰ ਸਤਿਗੁਰ ਪ੍ਰਸਾਦਿ। ਤੈਂਡੀ ਬੰਦਿਸ਼ ਮੈਂ ਕੋਇ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਕੋਲ ਕੁਮਹਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਕੋਲ ਕੁਮਹਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪਹਿਲਾ, ਜਿਉ ਆਰਨ ਲੋਹਾ ਪਾਏ ਭੰਨ ਕਢਾਈਐ, ਤਿਉ ਸਾਕਤ ਜੋਨੀ ਪਾਏ ਭਵੇਂ ਭਵਾਈਐ। ਜਿਉ ਆਰਨ ਲੋਹਾ ਪਾਏ ਭੰਨ ਕਢਾਈਐ, ਤਿਉ ਸਾਕਤ ਜੋਨੀ ਪਾਏ ਭਵੇਂ ਭਵਾਈਐ। ਬਿਨ ਬੂਝੇ ਸਭ ਦੁਖ ਦੁਖ ਕਮਾਵਣਾ, ਹਉ ਮੈਂ ਆਵੈ ਜਾਏ ਭਰਮ ਭੁਲਾਵਣਾ। ਰਹਾ ਤੂੰ ਗੁਰਮੁਖ ਰਖਣ ਹਾਰ, ਹਰ ਨਾਮ ਧਿਆਈਐ। ਮੇਲਹਿ ਤੁਝੈ ਰਜ਼ਾਏ ਸ਼ਬਦ ਕਮਾਈਐ। ਤੂੰ ਕਰ ਕਰ ਵੇਖਹਿ ਆਪ, ਦੇਹ ਸੋ ਪਾਈਐ। ਤੂੰ ਦੇਖੈ ਥਾਪ ਉਥਾਪ ਦਰ ਬੀਨਾਈਐ। ਦੇਹੀ ਹੋਵਗ ਖਾਕ ਪਵਨ ਉਡਾਈਐ। ਇਹ ਕਿੱਥੈ ਘਰ ਔਤਾਕ ਮਹਿਲ ਨਾ ਪਾਈਐ। ਦੇਹ ਦੀਵੀ ਅੰਧ ਘੋਰ ਕਬ ਮੁਹਾਈਐ। ਗਰਭ ਮੁਸੈ ਘਰ ਚੋਰ ਕਿਸ ਰੂ ਆਈਐ। ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈਐ। ਸ਼ਬਦ ਨਿਵਾਰੀ ਆਗ ਜੋਤ ਦੀ ਪਾਈਐ। ਲਾਲ ਰਤਨ ਹਰਿ ਨਾਮ ਗੁਰ ਸੁਰਤ ਬੁਝਾਈਐ। ਸਦਾ ਰਹਿ ਨਿਹਕਾਮ ਜੇ ਗੁਰਮਤਿ ਪਾਈਐ। ਰਾਤ ਦਿਹੈ ਹਰਿ ਨਾਮ ਮਨ ਵਸਾਈਐ। ਨਾਨਕ ਮੇਲ ਮਿਲਾਏ ਜੇ ਤੁਧ ਪਾਈਐ। ਰਾਤ ਦਿਹੈ ਹਰਿ ਨਾਮ ਮਨ ਵਸਾਈਐ। ਨਾਨਕ ਮੇਲ ਮਿਲਾਏ ਜੇ ਤੁਧ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਢਲਦੀ ਸ਼ਾਮ ਅਸੀਂ ਗੁਰੂ ਦਰਬਾਰ ਦੀ ਸੁਧ ਪ੍ਰਾਪਤ ਕੀਤੀ ਹੈ। ਜਾਂ ਸਾਡੇ ਗੁਰਦੁਆਰਾ ਸਾਹਿਬ ਦੇ ਚੈਨਲ ਜਾਂ ਹੋਰ ਜੋ ਮੀਡੀਆ ਆਊਟਲੈਟਸ ਹੈਗੇ ਸਾਡੇ ਕੋਲ, ਉਹਨਾਂ ਦੇ ਜ਼ਰੀਏ ਆਪ ਜੀ ਨੇ ਘਰਾਂ ਥਾਵਾਂ ਤੋਂ ਈਵਨ ਆਲ ਓਵਰ ਦਾ ਗਲੋਬ ਗੁਰਸ਼ਬਦ ਨਾਲ ਸਾਂਝ ਪਾਉਣ ਗੁਜ਼ਰੇ। ਟੈਲੀਵਿਜ਼ਨ ਰਾਹੀਂ, ਆਪਣੀਆਂ ਸਕਰੀਨਜ਼ ਰਾਹੀਂ ਗੁਰਸ਼ਬਦ ਦੇ ਆਗੋਸ਼ ਨੂੰ ਮਾਨਣਾ ਕੀਤਾ ਹੈ। ਇਹ ਵੀ ਵਡਭਾਗਤਾ ਹੈ। ਅਜੇ ਹੁਣੇ ਗੁਰਬਾਣੀ ਕੀਰਤਨ ਹੋ ਰਿਹਾ ਸੀ। ਅਗਲੇਰਾ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਲੜੀਵਾਰ ਅਸੀਂ ਗੁਰਬਾਣੀ ਉਪਦੇਸ਼ ਵਿਚਾਰਦੇ ਹਾਂ।
ਸੂਹੀ ਰਾਗ ਦੀ ਰਚਨਾ ਗੁਰੂ ਨਾਨਕ ਸਾਹਿਬ ਦੁਆਰਾ ਅਸ਼ਟਪਦੀਆਂ ਦੇ ਬਚਨ ਜੋ ਉਚਰਿਤ ਕੀਤੇ ਗਏ ਨੇ ਉਹਨਾਂ ਦੀ ਵਿਚਾਰ ਹੋ ਰਹੀ ਹੈ। ਜੋ ਸ਼ਬਦ ਆਪਨੇ ਸਰਵਨ ਕੀਤਾ ਹੈ, ਬੀਤੇ ਕੱਲ ਇਹ ਪ੍ਰਾਰੰਭ ਕੀਤਾ ਸੀ। ਇਹਦੇ ਵਿੱਚ ਮੁੱਖ ਸੁਨੇਹੇ ਦਾ ਪਦਾ, ਰਹਾਉ ਦਾ ਬੰਦ ਅਤੇ ਸ਼ੁਰੂਆਤੀ ਇੱਕ ਪਦਾ ਇਹ ਵਿਚਾਰ ਸਕੇ ਸੀ ਅਸੀਂ। ਅੱਜ ਯਤਨ ਕਰਾਂਗੇ ਜਿੰਨਾ ਵੱਧ ਤੋਂ ਵੱਧ ਸ਼ਬਦ ਸੰਪੂਰਨ ਜਾਂ ਜਿੰਨਾ ਹਿੱਸਾ ਹੋ ਸਕਿਆ ਵਿਚਾਰਨ ਦਾ। ਰਹਾਉ ਦੇ ਪਦੇ ਤੋਂ ਵਿਚਾਰ ਦਾ ਆਗਾਜ਼ ਅੱਜ ਵੀ ਕਰ ਰਹੇ ਹਾਂ। ਇੱਕ ਸਰਸਰੀ ਨਜ਼ਰ ਸਭ ਜ਼ਿਕਰ ਕਰ ਰਹੇ ਨੇ, ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਹਉਮੈ ਆਵੈ ਜਾਏ ਭਰਮ ਭੁਲਾਵਣਾ। ਰਹਾਉ ਬਿਨ ਬੂਝੇ ਸਭ ਦੁੱਖ। ਜੇ ਜੋ ਕੁਝ ਜੀਵਨ ਵਿੱਚ ਚੱਲ ਰਿਹਾ ਹੈ, ਜੋ ਕੁਝ ਹੋ ਰਿਹਾ ਹੈ, ਇਹਦੇ ਬਾਬਤ ਤੁਸੀਂ ਸਹੀ ਵਾਕਫੀਅਤ ਰੱਖਦੇ ਹੋ ਕਿ ਵਾਈ ਇਟਸ ਹੈਪਨਿੰਗ, ਵੇਅਰ ਆਰ ਦਾ ਰੂਟਸ, ਵਟ ਐਵਰ ਵੀ ਆਰ ਡੂਇੰਗ ਐਜ਼ ਐਕਸ਼ਨਸ ਔਰ ਐਜ਼ ਏ ਆਵਰ ਐਕਟ, ਦੈਨ ਡੈਫੀਨੇਟਲੀ ਜੋ ਵੀ ਰਿਜ਼ਲਟ ਆਏਗਾ ਉਹਦੇ ਨਾਲ ਇੱਕ ਸੈਟਿਸਫੈਕਸ਼ਨ ਹੋਏਗੀ। ਦੁੱਖ ਦਾ ਮਤਲਬ ਇਹੀ ਹੁੰਦਾ ਹੈ ਕਿ ਵੀ ਆਰ ਐਕਸਪੈਕਟਿੰਗ ਸਮਥਿੰਗ ਐਲਸ and whatever is happening, that is completely out of the blue, and there is a mismatch. My expectations and the result outcome, they are not matching, and due to that reason I am fed up with myself, with everyone, with actually even at in a bigger level with Almighty, with Mother Nature, I can say. So that's why we suffer a lot. We have some kind of sorrow, some kind of pain inside. Why it's happening? ਕਿਉਂਕਿ ਅਸੀਂ ਉਹਦੇ ਰੂਟਸ ਨਹੀਂ ਦੇਖ ਰਹੇ, ਅਸੀਂ ਉਹਦੇ ਬੀਜ ਨਹੀਂ ਦੇਖ ਰਹੇ, ਅਸੀਂ ਬੁੱਝ ਨਹੀਂ ਰਹੇ ਸਾਰਾ ਕੁਛ। ਸੋ ਇਹਦੇ ਬਾਬਤ ਬੀਤੇ ਕੱਲ ਬਾਤ ਹੋ ਰਹੀ ਸੀਗੀ ਕਿ ਆਪਣੇ ਆਪ ਨੂੰ ਬੁੱਝੋ, ਆਪਣੀਆਂ ਵੀਕਨੈਸਿਸ ਦੀਆਂ, ਆਪਣੀ ਸਟਰੈਂਥ ਬਾਰੇ, ਫਿਰ ਇਹਦੇ ਆਲੇ ਦੁਆਲੇ ਜੋ ਕੁਝ ਅਵੇਲੇਬਲ ਆ। ਮੈਂ ਤਵਾਰੀਖ ਵਿੱਚੋਂ ਜੇ ਬਾਤ ਕਰਾਂ, ਅਸੀਂ ਗੁਰੂ ਨਾਨਕ ਸਾਹਿਬ ਨੂੰ ਦੇਖਦੇ ਹਾਂ। ਗੁਰੂ ਨਾਨਕ ਸਾਹਿਬ ਇੱਕ ਨਵੇਂ ਮਨੁੱਖ ਦੀ ਘਾੜਤ ਕੱਢਦੇ ਨੇ, ਅਤੇ ਬਾਬਾ ਜੀ ਨੂੰ ਪਤਾ ਹੈ ਇੱਕ ਆਸਾਨ ਨਹੀਂ ਗਾ। ਹਜ਼ਾਰਾਂ ਸਾਲਾਂ ਤੋਂ ਲੋਕਾਂ ਨੇ ਧਰਮ ਜੋ ਕਿ ਇੱਕ ਕਲਟ ਬਣ ਗਿਆ, ਧਰਮ ਐਜ਼ ਏ ਹੈਜ਼ ਬੀਨ ਕਨਵਰਟਡ ਐਜ਼ ਏ ਕਲਟ, ਐਂਡ ਬਿਕੋਜ਼ Dharma has lost its own meanings. So how come anyone can get anything from that Dharma institution? And top of that, Dharma was everything for everyone. ਹੁਣ ਲੋਕ ਤੇ ਸਟਕ ਹੋ ਗਏ ਉਹਦੇ ਵਿੱਚ। ਉਹਦੇ ਜ਼ਰੀਏ ਹੁਣ ਕੋਈ ਟ੍ਰੀਟਮੈਂਟ ਕਿਵੇਂ, ਇਲਾਜ ਕਿਵੇਂ ਹੋਏਗਾ? ਕਿਉਂਕਿ ਜਿਹੜਾ ਇਲਾਜ ਕਰ ਰਹੇ ਨੇ, ਜਿਹੜਾ ਇਲਾਜ ਸੋਚ ਰਹੇ ਨੇ, ਉਹੀ ਤੇ ਬਿਮਾਰੀ ਹੈ। ਅਸੀਂ ਕਈ ਵਾਰੀ ਹੁਕਮਨਾਮੇ ਦਾ ਬਚਨ ਵਿਚਾਰਦੇ ਹਾਂ ਨਾ ਕਿ ਜਿਉਂ ਬਗਪੁੜਾ ਛਪੜੀ ਨਹਾਏ, ਕੀਚੜ ਡੁੱਬੇ ਮੈਲ ਨਾ ਜਾਏ। ਬਗਲੇ ਨੂੰ ਸਮਝ ਕੋਈ ਨਹੀਂ, ਬੁੱਝਦਾ ਹੈ ਨਹੀਂ ਗਾ ਮੇਰੀ ਸਮੱਸਿਆ ਕੀ ਹੈ। ਬਗਲੇ ਦੀ ਸਮੱਸਿਆ ਤੇ ਇਹ ਹੈ ਕਿ ਉਹਦਾ ਬਿਹੇਵੀਅਰ ਆਪਣਾ ਇਸ਼ੂ ਹੈ ਬੜਾ ਵੱਡਾ ਉਹਦਾ। ਉਹ ਦਿਸਦਾ ਹੰਸ ਵਰਗਾ ਆਇਆ, ਕਰਤੂਤ ਬਿਲਕੁਲ ਜਿਹੜੀ ਹੈ ਕਰੂਅਲ ਆ। ਕਿਤੇ ਵੀ ਜਿਹੜੀ ਹੈ ਹੰਸ ਦੇ, ਜਿਹੜਾ ਖਾਸ ਕਰਕੇ ਉਹ ਜਿਹੜਾ ਇਤਨਾ ਉਸ ਲੈਵਲ 'ਤੇ ਜਿਸ ਪਰਿੰਦੇ ਦੀ ਇਤਨੀ ਪ੍ਰੇਜ਼ ਕੀਤੀ ਜਾਂਦੀ, ਉਹਦੇ ਨੇੜੇ ਤੇੜੇ ਵੀ ਨਹੀਂ। ਅਤੇ ਉਹ ਸੋਚਦਾ ਹੈ ਕਿ ਠੀਕ ਹੈ, ਮੇਰਾ ਇਸ਼ੂ ਜਿਹੜਾ ਆ ਦੂਰ ਹੋ ਜਾਏਗਾ, ਆਈ ਕੈਨ ਫਿਕਸ ਇਟ ਬਾਈ ਜਸਟ ਟੇਕਿੰਗ ਏ ਬਾਥ ਇਨਸਾਈਡ ਦਾ ਮੱਡ। ਜਿਹੜਾ ਮਡੀ ਵਾਟਰ ਹੈ ਉਹਦੇ ਵਿੱਚ ਗੁਰੂ ਬਾਬਾ ਜੀ ਕਹਿੰਦੇ ਕਿਆ ਬਗ ਬਪੁੜਾ ਛਪੜੀ ਨਾ ਆਏ। ਉਹ ਤੂੰ ਇਸ ਕਿਸਮ ਦੇ ਜਿਹੜਾ ਹੈਗਾ ਮਡੀ ਵਾਟਰ ਦੇ ਸੋਰਸ ਵਿੱਚ ਜਾ ਕੇ ਸੋਚਦਾ ਕਿ ਤੇਰੀ ਸਾਰੀ ਜਿਹੜੀ ਇਨਰ ਕਲੀਨਜਿੰਗ ਹੋ ਜਾਏਗੀ। ਕ੍ਰੇਜ਼ੀ ਹੈ ਤੂੰ, ਤੈਨੂੰ ਪਤਾ ਹੈ ਤੇਰੀ ਸਮੱਸਿਆ ਕੀ ਹੈ। ਸੋ ਇਹ ਰੂਪ ਆ, ਆਪਣੇ ਆਪ ਨੂੰ ਬੁੱਝ, ਜਾਣ, ਸਮਝ। ਪਹਿਲਾਂ ਆਪਣੀਆਂ ਪ੍ਰੋਬਲਮਸ ਦੇਖ, ਆਪਣੇ ਰੂਟਸ ਨੂੰ ਦੇਖ, ਫਿਰ ਉਸ ਜਗ੍ਹਾ ਨੂੰ ਲੱਭ ਜਿਸ ਜਗ੍ਹਾ 'ਤੇ ਜਾ ਕੇ ਤੇਰਾ ਕੋਈ ਟਰੀਟਮੈਂਟ ਹੋ ਸਕਦਾ। ਗੁਰੂ ਨਾਨਕ ਸਾਹਿਬ ਦੇਖਦੇ ਵੀ ਸਮੱਸਿਆ ਕੋਈ ਛੋਟੀ ਨਹੀਂ, ਸਮੱਸਿਆ ਤਾਂ ਬਹੁਤ ਵੱਡੀ ਆ। ਬੰਦਾ ਜਿਹੜਾ ਆ ਉਹ ਆਪਣੇ ਆਪ ਦੇ 'ਚ ਲੋਸਟ ਹੋ ਚੁੱਕਾ ਆ, ਇਹਨੂੰ ਦੁਬਾਰਾ ਅਵੇਅਰ ਕਰਨਾ ਆ।
ਜਦੋਂ ਅਸੀਂ ਗੱਲ ਕਰਦੇ ਹਾਂ, ਸਿੱਖੀ ਗੁਣਾਂ ਨੂੰ ਤਸੱਵੁਰ ਦਿੰਦੀ ਹੈ, ਗੁਣਾਂ ਨੂੰ ਜਿਹੜਾ ਸ਼ਹੂਰ ਹੈ ਜੀਵਨ ਦਾ ਉਹਦੇ ਉੱਤੇ ਫੋਕਸ ਕਰਦੇ, ਉੱਤੇ ਜ਼ੋਰ ਦਿੰਦੀ ਹੈਗੀ ਵੀ ਇਹਨੂੰ ਜਿਹੜਾ ਹੈਗਾ ਜਿਹੜੇ ਵਰਚੂ ਆਫ ਹਿਊਮਨ ਲਾਈਫ ਨੇ ਉਹਨਾਂ ਨੂੰ ਜਿਹੜਾ ਹੈਗਾ ਤੂੰ ਅਟੇਨ ਕਰਨਾ ਹੈ, ਅਰਨ ਕਰਨਾ ਹੈ, ਪ੍ਰੀਜ਼ਰਵ ਕਰਨਾ ਹੈ, ਐਕਸਰਸਾਈਜ਼ ਕਰਨਾ ਹੈ, ਦੈਨ ਯੂ ਕੈਨ ਬੀ ਸਮਥਿੰਗ ਐਜ਼ ਅ ਗੁੱਡ ਬੀਇੰਗ। ਹੁਣ ਉਹ ਮਨੁੱਖ ਦੇ ਵਿੱਚ ਹੈ ਨਹੀਂ ਕਿਤੇ ਵੀ, ਮਤਲਬ ਬੰਦਾ ਈਮਾਨ ਫਰੋਸ਼ ਹੋ ਚੁੱਕਾ ਆ, ਬੰਦਾ ਡਰਪੋਕ ਆ, ਬਿਲਕੁਲ ਬੰਦਾ ਕਾਵੜ ਹੋ ਚੁੱਕਾ ਆ, ਬੰਦੇ ਦੇ ਵਿੱਚ ਇਤਨੀ ਕਾਵੜਨੈਸ ਆ ਕਿ ਕੁਛ ਵੀ ਤੁਸੀਂ ਦੇਖੋ ਨਾ, ਮਤਲਬ ਤੁਸੀਂ ਇੱਕ ਜਾਨਵਰ ਨੂੰ ਦੇਖਦੇ ਹੋ ਅਤੇ ਜਾਨਵਰ ਦੇ ਸਾਹਮਣੇ ਅਲਿਊਰਿੰਗ ਵੇ ਦੇ ਨਾਲ ਤੁਸੀਂ ਉਹਨੂੰ ਕੋਈ ਅਲਿਊਰ ਕਰਨ ਵਾਸਤੇ ਕੋਈ ਇਸ ਤਰੀਕੇ ਨਾਲ ਕੈਰਟ ਵਿਖਾਉਂਦੇ ਹੋ, ਉਸੇ ਵਕਤ ਉਹਦੇ ਮਾਊਥ ਵਾਟਰਿੰਗ ਹੋ ਜਾਂਦੀ ਹੈ, ਉਹ ਰਾਲਾਂ ਸੱਟਦਾ ਮਗਰ ਲੱਗ ਜਾਂਦਾ, ਉਹਨੂੰ ਦਿਸਦੇ ਨਹੀਂ ਸ਼ਿਕਾਰੀ ਹੈ, ਮਾਰੇਗਾ ਮੈਨੂੰ। ਜਾਨਵਰ ਤੋਂ ਤਾਂ ਤਵੱਕੋਂ ਕੀਤੀ ਜਾ ਸਕਦੀ ਹੈ, ਪਰ ਬੰਦੇ ਦੀ ਵੀ ਹਾਲਤ ਹੈ। ਬੰਦਾ ਵੀ ਨਹੀਂ ਇਹ ਸੈਂਸ ਰੱਖ ਰਿਹਾ ਵੀ ਹੋ ਕੀ ਰਿਹਾ, ਉਹ ਐਕਚੁਅਲੀ ਬੁੱਝ ਜਾਏ। ਜਿਹੜਾ ਬੁੱਝਣਾ ਆ ਇਹ ਬਾਹਰ ਦਾ ਵੀ ਹੈ, ਅੰਦਰ ਦਾ ਵੀ। ਮੈਂ ਦੋਨੋਂ ਬਾਤ ਉਸ ਰੂਪ ਵਿੱਚ ਕੱਲ੍ਹ ਵੀ ਕੀਤੀ ਸੀ ਇਸ ਤਰੀਕੇ ਦੇ ਨਾਲ। ਭਗਤ ਰਵਿਦਾਸ ਜੀ ਦੇ ਸ਼ਬਦ ਪੜ੍ਹਦੇ ਹਾਂ, ਉਹ ਇੱਕ ਜਗ੍ਹਾ ਜ਼ਿਕਰ ਕਰਦੇ, ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ ਤਾਂ ਕਿ ਕੇਤਕ ਆਸ। ਤੁਸੀਂ ਮਿਰਗ ਨੂੰ ਦੇਖੋ, ਇੱਕ ਬਿਮਾਰੀ ਆ ਉਹਨੂੰ, ਉਹ ਬਿਮਾਰੀ ਕੀ ਹੈ ਕਿ ਉਸ ਨੂੰ ਜਿਹੜੀ ਹੰਡੇ ਖੇੜੇ ਦੀ ਆਵਾਜ਼ ਹੁੰਦੀ ਹੈ ਉਹ ਬੜੀ ਅਪੀਲ ਕਰਦੀ ਹੈ। ਅਦਰਵਾਈਜ਼ ਇਤਨਾ ਮਤਲਬ ਜਿਹੜਾ ਹੈਗਾ ਫਾਸਟ ਰਨਰ ਆ, ਇਤਨਾ ਅਲਰਟ ਐਨੀਮਲ ਆ, ਮਤਲਬ ਜੋ ਕੁਦਰਤ ਨੇ ਉਹਨੂੰ ਦਿੱਤਾ ਆ, ਇਤਨੀ ਸਟਰੋਂਗ ਮਸਲਸ ਦਿੱਤੇ ਨੇ, ਇਤਨਾ ਜਿਹੜੀ ਉਹਦੀ ਖਾਸ ਕਰਕੇ ਜੰਪ ਕਰਨਾ ਆ, ਉਹਦਾ ਰਨ ਕਰਨਾ ਆ, ਉਹਦੇ ਮੁਕਾਬਲੇ ਕੋਈ ਜਾਨਵਰ ਕੋਈ ਚੀਜ਼ ਨੇੜੇ ਨਹੀਂ ਪਟਕ ਸਕਦੀ। ਅਤੇ ਇਤਨਾ ਫੁਰਤੀਲਾ ਆ, ਜਿੱਧਰ ਨੂੰ ਚਾਹੇ ਉੱਧਰ ਨੂੰ ਜਿਹੜਾ ਹੈਗਾ ਉਹ 2-4 ਛਲਾਂਗਾਂ ਲਗਾ ਕੇ ਚੁੰਗੀਆਂ ਲਗਾ ਕੇ ਪਹੁੰਚ ਜਾਏ। ਪਰ ਦੇਖਦੇ ਹਾਂ ਜਿਉਂਦੇ ਹਿਰਨ ਲੋਕੀ ਫੜ ਕੇ ਆਪਣੇ ਬਾਗ ਬਗੀਚਿਆਂ 'ਚ, ਹੁਣ ਤੇ ਕੁਝ ਐਨੀਮਲ ਰਾਈਟਸ ਵਾਲੇ ਉਸ ਬਾਬਤ ਹੈ ਨੇ, ਅਦਰਵਾਈਜ਼ ਲੋਕਾਂ ਨੇ ਘਰਾਂ ਥਾਵਾਂ 'ਤੇ ਸ਼ੋਅ ਪੀਸ ਦੀ ਤਰ੍ਹਾਂ ਰੱਖੇ ਹੁੰਦੇ। ਸ਼ਿਕਾਰੀ ਈਜ਼ੀਲੀ ਮਾਰ ਲੈਂਦੇ। ਕਰਦੇ ਕੀ ਉਹ ਕਰਦੇ ਕਿ ਇੱਕ ਪਾਸੇ ਜਾਲ ਲਾਉਂਦੇ, ਜਾਲ ਲਗਾ ਕੇ ਉਹਦੇ ਪਿਛਲੇ ਪਾਸੇ ਜਿਹੜਾ ਹੈਗਾ ਇੱਕ ਖਾਸ ਕਿਸਮ ਦੀ ਆਵਾਜ਼ ਪੈਦਾ ਕਰਦੇ। ਆਵਾਜ਼ ਵੀ ਕੁਝ ਨਹੀਂ, ਕੋਰਾ ਬਰਤਨ ਲੈਂਦੇ, ਕੋਰੇ ਬਰਤਨ ਦੇ ਵਿੱਚ, ਕੋਰਾ ਮੀਨ ਜਿਹੜਾ ਟੋਟਲੀ ਨਿਊਲੀ ਮੇਡ any kind of pot which is made by just actually muddy clay ਜਿਹੜਾ ਹੁੰਦਾ, ਉਸ ਤਰੀਕੇ ਦੇ ਨਾਲ ਜਿਹਨੂੰ ਅਸੀਂ ਮਿੱਟੀ ਦਾ ਬਰਤਨ ਕਹਿੰਦੇ ਹਾਂ। ਅਤੇ ਉਸ ਕਲੇ ਦੇ ਬਣੇ ਹੋਏ ਭਾਂਡੇ ਦੇ ਵਿੱਚ ਉਹਦੇ ਉੱਤੇ ਉਹਨਾਂ ਨੇ ਜਸਟ ਇੱਕ ਕੱਪੜਾ ਬੰਨ੍ਹ ਦੇਣਾ ਇਸ ਤਰੀਕੇ ਦੇ ਨਾਲ, ਪੀਸ ਆਫ ਕਲੋਥ, ਉਹਦੇ ਛੋਟਾ ਜਿਹਾ ਸੁਰਾਖ ਕਰਕੇ ਉਹਦੇ ਅੰਦਰ ਇੱਕ ਲੰਬਾ ਸਾਰਾ ਜਿਹੜੀ ਬਰਡ ਫਰ ਹੁੰਦੀ ਹੈ, ਜਿਹੜਾ ਹੁੰਦਾ ਆ ਪੰਖ ਹੁੰਦਾ ਆ, ਉਹ ਪਾ ਦੇਣਾ। ਜਦੋਂ ਹਵਾ ਚੱਲਣੀ ਹੈ ਅਤੇ ਜਿਹੜਾ ਨੋਕ ਵਾਲਾ ਹਿੱਸਾ ਹੈਗਾ, ਜਿਹੜੀ ਨੇਲ ਆ ਉਸ ਫਰ ਦੀ, ਉਹ ਜਦੋਂ ਥੱਲੇ ਬਰਤਨ ਦੇ ਨਾਲ ਉੱਤੇ ਹਵਾ ਲੱਗਣ ਦੇ ਨਾਲ ਉਹਦੇ 'ਚੋਂ ਆਵਾਜ਼ ਪੈਦਾ ਹੋਣੀ, ਖਾਸ ਕਿਸਮ ਦੀ ਆਵਾਜ਼ ਜਿਹਨੂੰ ਅਸੀਂ ਕਿਰਚਨ ਦੀ ਆਵਾਜ਼ ਕਹਿੰਦੇ ਹਾਂ ਭਾਂਡੇ ਦੇ। ਉਹ ਜਦੋਂ ਆਵਾਜ਼ ਪੈਦਾ ਹੁੰਦੀ ਹੈ, ਸਾਨੂੰ ਤਾਂ ਬਹੁਤਾ ਕਈ ਵਾਰੀ ਬੋਦਰ ਨਹੀਂ ਕਰਦੀ, ਪਰ ਜਿਹੜਾ ਉਹ ਜਾਨਵਰ ਆ ਉਹਦੀ ਕਿਉਂਕਿ ਸੈਂਸ ਇਤਨੀ ਤੇਜ਼ ਆ, ਜਿਹੜੀ ਉਹਦੀ ਲਿਸਨਿੰਗ ਐਬਿਲਿਟੀ ਹੈ, ਉਹ ਹਰ ਤਰ੍ਹਾਂ ਦੀ ਫਰੀਕੁਐਂਸੀ ਫੜਦੀ ਹੈ, ਉਹਨੂੰ ਉਹ ਬੜੀ ਅਪੀਲ ਕਰਦੀ ਹੈ। ਉਹ ਜਾਣਨਾ ਚਾਹੁੰਦਾ ਆ ਵੀ ਆਖਰਕਾਰ ਇਹ ਕਿੱਥੋਂ ਆ ਰਹੀ ਹੈ। ਉਹਦਾ ਆਵਾਜ਼ ਦਾ ਸ਼ੁਦਾਈ ਹੋਇਆ, ਜਿੱਧਰ ਨੂੰ ਆਵਾਜ਼ ਆਉਂਦੀ ਉੱਧਰ ਨੂੰ ਭੱਜਦਾ, ਦਿਸਦਾ ਹੀ ਨਹੀਂ ਜਾਲ ਲੱਗਾ ਸਾਹਮਣੇ, ਜਾਲ ਫੜ ਲਏਗਾ। ਇਤਨੀ ਇੱਕ ਛੋਟੀ ਜਿਹੀ ਵੀਕਨੈਸ ਜਿਹੜੀ ਹੈ ਉਹਨੂੰ ਕਾਬੂ ਕਰਾ ਦਿੰਦੀ ਹੈ। ਜੋ ਇਹ ਬੁੱਝ ਲਵੇ ਕਿ ਆਈ ਹੈਵ ਦੈਟ ਵੀਕਨੈਸ, ਇਹ ਵੀ ਬੁੱਝ ਲਵੇ ਕਿ ਪੀਪਲ ਕੈਨ ਗੈਟ ਸਮ ਕਾਈਂਡ ਆਫ ਐਡਵਾਂਟੇਜ ਫਰੋਮ ਮੀ ਬਿਕੋਜ਼ I have this kind of issue with me, then ਉਹ ਇਸ ਚੀਜ਼ ਤੋਂ ਆਜ਼ਾਦ ਹੋ ਸਕਦਾ ਹੈਗਾ, ਫਰੀ ਹੋ ਸਕਦਾ ਆ, ਪਰ ਉਹ ਬੁੱਝਦਾ ਨਹੀਂ। ਬੰਦੇ 'ਚ ਵੀ ਕਮਜ਼ੋਰੀ ਹੈ। ਕੰਨਾਂ ਦੇ ਕੱਚੇ ਲੋਕ ਤੁਸੀਂ ਰੋਜ਼ ਵੇਖਦੇ ਹੋ। ਤੁਸੀਂ ਜਿਹੜਾ ਹੈਗਾ ਆ ਜਸਟ ਜੋ ਨਾਦ ਗੀਤ ਸਵਾਦ ਲੈਣ ਦੇ ਚੱਕਰ ਦੇ ਵਿੱਚ ਲੋਕ ਆਪਣੀ ਇਤਨੀ ਬੇਸ਼ਕੀਮਤੀ ਐਨਰਜੀ ਕਿਤੇ ਗਵਾ ਰਹੇ, ਪਤਾ ਹੀ ਨਹੀਂ ਜੋ ਅਸੀਂ ਸੁਣ ਰਹੇ ਹਾਂ ਧੜਮ ਗੀਤਕਾਰੀ ਜੋ ਕੁਝ ਅੱਜ ਹੋ ਰਹੀ ਹੈ, ਉਹਦੇ 'ਚ ਨਸ਼ੇ ਨੇ, ਉਹਦੇ 'ਚ ਲੜਾਈ ਹੈ, ਉਹਦੇ 'ਚ ਵਲਗਰਿਜ਼ਮ ਹੈ, ਉਹਦੇ 'ਚ ਵਾਇਲੈਂਸ ਆ, ਉਹਦੇ 'ਚ ਡਰੱਗ ਆ, ਉਹਦੇ 'ਚ ਅਨਹਿਊਮਨ ਕਰੈਕਟਰ ਜਿਹੜਾ ਹੈਗਾ ਉਹ ਬਿਲਡ ਕਰਨ ਦੀ ਸਾਰੀ ਗੱਲ ਹੋ ਰਹੀ ਹੈ। ਬਟ ਪੀਪਲ ਆਰ ਐਕਚੁਅਲੀ ਜਸਟ ਪੁਟਿੰਗ all these things in their ear without paying attention. And what's happening, you can see in society.
क्योंकि बड़ा बड़ा औखा होंदे ओए नौजवान बच्चे की करते, स्टूडेंट की करते, फलां की करते, लड़ाइयाँ करते, इस तरह करते। भाई सोर्स देखो किहड़ा आ। जिहड़ी चीज़ लगातार कन्नां दे च ढम 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 करके वज्जी जा रही है, आखिरकार दिमाग इहदे किन्नी कैबिलिटी है। जस्ट इन ब्लिंक ऑफ ए आई कोई चीज़ सामने बनती, एकदम वो अंदर जिहड़ा हैगा वो जिहड़ा अंदर गई हुंदी लगातार खुराक, वो एकदम जोर पा दिंदी, करदे एक्ट एवें। इत्थों ये सारे एक्शनस निकल रहे हैं रूट फड़े दा। भगत जी ने कहा एक बीमारी एक दो हिरन दे विच किड्डा फुर्तीला जानवर है, शिकारी फड़ लैंदा है। बंदे तू की सोचदा आ, ते तेरे च कल्ला एक नहीं गा, इहदियां तो फिर कई लेयर्स ने, कई डायमेंशनस ने, मल्टीपल डायमेंशनस एक एक चीज़ की लै ली जाए। खैर मिर्ग, मीन, मच्छी पानी का जानवर आ, तो इतना मतलब फास्ट जिहड़ा पानी दे विच जिहड़ा है उस तरीके नाल स्विम करदा आ ते तारियां लाउंदा आ, तो उहदा चमड़ी इतनी चीकनी उन्होंने फड़े नहीं जा सकता जे उस तरीके नाल फड़ना होए। ते आ वड्डी जिहड़ी वड्डे नैट वगैरह लगा के फड़न वाला सब ये सिस्टम बड़ा बाद विच ईजाद होया। पहिलां तो लोग कुंडियां ला के फड़दे सी, इन्ने कि सोर्स हुंदे ही सारे, तो उहदे विच की करना, छोटा जिहा उहनूं जिहड़ा हैगा कोई मांस का टुकड़ा या कोई होर फूड लगा देना नाल। मच्छी जिहड़ी इतनी चलाक आ, जिहड़ी हर चीज़ नूं सेंस कर जाती है, उन्होंने दिस भी रहा है ये नाल कंडा आ, धागा आ, मैं पकड़ी जावांगी, पर जिहड़ा छोटा जिहा फूड का टुकड़ा है उहदे नाल लगा होया, उहनूं अन्ना कर दिंदा। वो जिहड़ा जानवर किसी कीमत ते पकड़िया नहीं जा सकता, बस उस वक्त ही जिहड़ा है काबू आ जाता। साडी हालत देख लो, असी अपने जिहड़ा है मनुखां दी दुनिया दे विच देखो, ड्रग स्टोर्स देखो तुसी, मतलब एडे एडे वड्डे कैनेडा तो तुसी देखदे हो, फार्मेसीज देखो, ड्रग स्टोर्स देखो, भरे पे ने, दवाइयां ही दवाइयां पईयां इंतहा। साडे कल्ले ओंटारियो दा मोर दैन 62% प्रोविंशियल बजट हैल्थ केयर ते जांदा। इट्स नॉट ए स्मॉल थिंग। तो उहदे विच भी तुसीं वड्डा हिस्सा कड्डोगे तो सिर्फ की है, बंदे नूं खाण पाण दा नहीं पता, फूड चॉइसिस ठीक कर लवे, सिर्फ थोड़ा जिहा इहदे ध्यान दे लवे, मिठा सलूना इहो जिहियां चीज़ां जिहड़ियां ने खाण लग्गियां, फिर उहदे थोड़ा नशे पत्ते इन्हां सब चीज़ां, किन्ना बचा हो सकता है, पर बंदा किन्ना सफ़र कर रहा है। तो फिर ये चीज़ आ, जे तुहाडी हैल्थ फिजिकल हैल्थ थोड़ी जी तुहानूं प्रॉब्लम दे रही है, तुसीं जो कुछ मिस कर रहे हो फैमिली लाइफ दे विच, जो कुछ मिस कर रहे हो सोशल एक्टिविटीज़ दे विच, जो कुछ मिस कर रहे हो रिक्रिएशनल एक्टिविटीज़ दे विच, ते जो कुछ लॉन्ग रन च मिस करोगे स्पिरिचुअल ते मैंटल हैल्थ दे विच, यू कैन नॉट इवन इमेजिन। दैट इज़ आवर लॉस्ट। ये चीज़ां जिहड़ियां इस लैवल ते, फिर बंदा दोष दिंदा कर्मां नूं, किस्मत ही माड़ी, हद हो गई, तू बुझ नहीं रहा व्हाट्स हैपनिंग बाय योर ओन एक्शंस। Try to pay attention toward that side. You are asking some kind of enlightenment from Guru, from your master, but at the same time, what all Mother Nature has already blessed you, you are not using that inner instinct. जिहड़ी विजडम, जिहड़ी अकल दित्ती थोड़ी बहुती, उहदा इस्तेमाल ही कर थोड़ा बहुता। ये गुरु बाबा जी ने बात की थी। गुरु नानक साहब ने कोई वड्डा मिशन सीगा। मिशन ये सीगा, नवे मनुख की घाट ते कढ़नी है, but it will take time. It's not overnight. Actually, job which I can finish. Even Guru Nanak Sahib has thinking that way. Guru Nanak Sahib has thought that way. Maharaj was totally aware about it, and that's why Baba ji ने की किया, 10 जिंदगियां ला दित्तियां, 250 साल। इत्थे ते असी परिवार दे किसी मैंबर नूं थोड़ा किसी मैंबर नाल कोई काम करना होदे बिहेवियर दे सुधार ते किसी चीज़ ते असी तो 2.5 दिन ही तंग हो जाने भी ना ना इट्स ओवर, आई कैन नॉट वर्क विद दिस इंडिविजुअल एट ऑल। मैं अपने सोशल स्टडीज़ के कुछ चीज़ां पढ़ियां थे यूनिवर्सिटी दे विच ड्यूरिंग माई काउंसलिंग एक्चुअली स्टडीज़। एक इंडिविजुअल ड्यू टू हिज ड्रग इशूज़ he lived almost whole his life on street. ਪਹਿਲਾਂ तो उस इंडिविजुअल ਨੂੰ
पता नहीं सीगा मेरी कोई फैमिली है। हौली हौली पता लगा एक ऑरफन सेंटर दे विच ओहदी कुड़ी पलदी सी, कुड़ी वड्डी हो गई, वो किते चंगी जॉब ते चली गई। मुड़ के उन्हें अपने बायोलॉजिकल फादर बारे पता करना शुरू किया, पता लग गया सारा इस तरीके नाल। हुण ने सोचा कि यू नो भावें जो भी सीगा अल्टीमेटली आई हैव रिलेशनशिप विद हिम, सो नाउ इट्स माई जॉब टू पे बैक समथिंग टू हिम। किता की जाए, इनू स्ट्रीट तो वापस सोसाइटी च लिया आ। खैर उन्हें वो वास्ते कोई 25 साल मुशक्कत की, उन्होंने लभदी है एक शैल्टर तो दूजे शैल्टर तीजे तो, इस तरीके करदे अखीर वो इंडिविजुअल वापस सोसाइटी च आउंदा है। कुछ खास किस्म की ट्रेनिंग स्किल ट्रेनिंग लैंदा है, कुछ जॉब शुरू करता है, प्रॉपर हाउस होल्ड च रहिंदा है। तो उस तो बाद सिर्फ 6 साल जींदा है। टोटल वो लाइफ जी हैगी है अराउंड 70 ईयरस बनती हैगी है। जो स्ट्रीट लाइफ में कली कड्डी जाए जी उन्हें जी है मोर दैन 40 ईयरस आ। तो वो लड़की फिर बाद च लिखती है, वो कहती है कि ਜਿਹੜੇ वो 40 साल की सफरिंग के बावजूद भी लास्ट वाले 25 सालों की मेहनत विचों मैं 6 साल वो जिंदगी के चंगे कड्ढे ने। दैट इज़ ए ट्रॉफी फॉर मी। आई थिंक माई लाइफ इज़ वर्थ टू हेल्प दैट इंडिविजुअल फॉर एट लीस्ट ही हैज़ इंजॉयड फ्यू ईयर्स ऑफ हिज लाइफ। सो ये है, ये नहीं तुसी कह सकते कि ये सब चीज़ां यही बुझारत है, यही बुझना है अंदरले वास्ते भी ते बाहरले वास्ते। लॉ ऑफ कॉस्मो, हुक्म नूं बुझो। बाबा जी कहते किसी नूं दोख क्यों देना है, हुक्म ना जाना है, बहुता रोव है तेरा, बहुता दुख बहुता रोना इसे करके तू हुक्म नहीं समझदा, तू लॉ ऑफ कॉस्मो नहीं अंडरस्टैंड करता, तू ये चीज़ नहीं अंडरस्टैंड करता कि सारियां चीज़ां बन उसर किवें रहीआं ने। तू इस सारे लॉ ऑफ कॉस्मो के अगेंस्ट लड़ रहे हैं, किवें जितेगा, दुख पक्का होएगा। इनू समझ के ये नाल क्यों नहीं तुरदा, जे नाल तुरेगा सब बेनीफिट है। गुरु महाराज जो बात की ये रहाओ दा बंसी, बिन बूझे सब दुख दुख कमावना, बिना बुझारत बुझण तो बस इक्को चीज़ कमा रहा दुख ते दुख। अगला बचन है हौमै आवे जाए भरम भुलावना। भरम दे च भुलिया होया, इल्यूजन अपनी दुनिया बनाई, अपनियां सोचां सोचियां ने, अपनी अजम्पशन अज्यूम करदा चीज़ां, तो वो जड़ियां एक्सपैक्टेशनस मीट नहीं करदियां फिर कर लाउंदा है। तो जिहड़ी चीज़ इस सारे तो बाहर नहीं आउण दिंदी वो हैगी हौमै, हंकार, भी आई नो एवरीथिंग, आई कैन फिक्स, आई एम द डूअर। हुण आ अलामत जिहड़ी है ये सिख नहीं बनन दिंदी, लर्नर नहीं बनन दिंदी, स्टूडेंट नहीं बनन दिंदी। इस जिहड़ी एक्चुअल सानू इनफॉर्मेशन ते नॉलेज चाहिए उहदा सीकर नहीं बनन दिंदी सानू। रहाओ दा पता ये सीगा। 2 नंबर मन तो अगे विचार लैके चलते हैं। सब जिक्र करते, तू गुरमुख रखण हार, हर नाम ते आई है, मेलह तुझे रजाए शब्द कमाई है। तू गुरमुख रखण हार, तू रख लेना है। करतार अकाल पुरख वाहिगुरू, एग्जिस्टेंस की गल हो रही है, तू दे रूप दे विच उन्होंने कहा जा रहा, एड्रैस किया जा रहा। तू गुरमुख रखण हार, पर तू रखदा किवें है? गुरु वल मूँह करवा के। गुरमुख जिदा मूँह गुरु वाले पासे है, मेन इंडिविजुअल हु इज रेडी टू लिव हिज और हर लाइफ अकॉर्डिंग टू गुरुज स्कूल ऑफ थॉट, दैट इज गुरमुख। जिहड़ा गुरु आशे मुताबिक जीण लई तैयार हो गया वो गुरमुख है, वह मूँह गुरु वाले पासे हो गया। अदरवाइज बंदा कहता कि नहीं जिवें मैं चाहुंदा मैं उवें ही जीवां, मैं उस तरीके नाल सब कारज करा तो रिजल्ट भी उवें प्रोड्यूस होण, पर रिजल्ट तो लॉ ऑफ कॉस्मो के मुताबिक जिहड़ा है प्रोड्यूस होणगे। मैं पढ़ा भी ना तो हाईएस्ट मार्क्स भी आ जाण मेरे, नो। लॉ ऑफ कॉस्मो कहंदा है if you are not smart enough, if you are not doing hard work, if you are not paying attention toward your studies, definitely you are not going to achieve highest academic level. पर है की है, कर्म आया आशा आदि है। जो कर्म ये है तो फिर एक लैवल ते जाके जो पहले तो प्रोकास्टिनेशन चलती भी कोई ना हो जाएगा, जो पैनिक होंदा भी ओहो आई एम एक्चुअली gonna face really hard actually results because I'm not doing my job properly, my work properly.
दैन थोड़ी बहुती एफर्ट पाई तो वो सोचा कि हुण चो बड़ा वड्डा रिजल्ट निकल आएगा, तो जो नहीं निकलता फिर कोसता किस्मत नूं, मुकद्दर ही नहीं चंगा। इन्ना हार्ड एग्जाम आ गया, चीज़ां हो गई। भाई हुक्म ना जाना है, तू क्यों नहीं समझ रहा? तू अपनी मन मर्जी के मुताबिक थोड़ा चीज़ां होणगियां। एक पूरे का पूरा ला ऑफ कॉज़म है उहदे विच। हाँ कुछ चीज़ां एक्सैप्शनल होंदियां ने, इहदे बारे बाणी कहिंदी है असी तुसी कुछ नहीं जानते, ये करते दी खेड है। साहिब नानक सा करामात, साहिब तुठ है जो मिले नानक सा करामात, ये करामात है, ये मिराकलस ते मिरेकल्स ने। इट माइट टेक प्लेस बट we should not actually just wait for those miracle things. No. We should do our part properly. ਜਿਹੜਾ ਸਾਡਾ ਪਾਰਟ ਬਣਦਾ ਅਸੀਂ ਪ੍ਰੋਪਰਲੀ ਕਰੀਏ, ਬਾਕੀ ਮਦਰ ਨੇਚਰ ਤੇ ਛੱਡੀਏ। ਇਹ ਗੁਰਬਾਣੀ ਦਾ ਇਹ ਹੈ ਗੁਰਮੁਖ, ਗੁਰੂ ਵੱਲ ਮੂੰਹ ਕਰਨਾ। ਗੁਰੂ ਨੇ ਕਿਹਾ ਤੇਰਾ ਪਾਥ ਇਹ ਹੈ। ਸਾਨੂੰ ਤੇ ਸਮਝਾਇਆ ਗਿਆ ਵੀ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਤੇਰਾ ਗੁਰੂ ਕਹਿ ਰਿਹਾ ਉਹਨੂੰ ਭਲਾ ਕਰਕੇ ਮੰਨ। ਗੁਰੂ ਇਹ ਕਹਿ ਰਿਹਾ ਆ ਸ਼ਾਰਟਕਟ ਨਹੀਂ ਲੱਭਣਾ ਕਿਸੇ ਚੀਜ਼ ਵਾਸਤੇ, ਪ੍ਰੋਪਰ ਪਾਥ ਚੂਜ਼ ਕਰਨਾ ਆ। ਗੁਰੂ ਇਹ ਕਹਿ ਰਿਹਾ ਮਨੁੱਖ ਵੱਡਾ ਸਰਮਾਏ ਨਾਲ, ਕੱਪੜਿਆਂ ਨਾਲ, ਆਲੇ ਦੁਆਲੇ ਦੇ ਕਲਟਰ ਨਾਲ ਨਹੀਂ ਹੁੰਦਾ। ਮਨੁੱਖ ਵੱਡਾ ਆਪਣੇ ਗੁਣਾਂ ਨਾਲ ਹੁੰਦਾ ਆ। ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰੂ ਇਹ ਕਹਿੰਦਾ ਫਿਰ ਗੁਣ ਗ੍ਰਹਿਣ ਕਰਾਂ ਮੈਂ। ਮੇਰੇ ਬ੍ਰਾਂਡਡ ਕੱਪੜੇ ਮੇਰੀ ਪਰਸਨੈਲਿਟੀ ਨਹੀਂ ਵਿਖਾਉਂਦੇ, ਮੇਰਾ ਪਰਸੋਨਾ ਮੇਰੀਆਂ ਹੈਬਿਟਸ ਵਿੱਚੋਂ ਨਿਕਲਦਾ ਆ, ਮੇਰੀਆਂ ਆਦਤਾਂ ਵਿੱਚੋਂ ਨਿਕਲਦਾ ਆ। ਜਿਹੜਾ ਮੇਰਾ ਸੋਚਣ ਦਾ ਤਰੀਕਾ ਆ ਉਹ ਮੇਰੇ ਐਕਸ਼ਨਸ ਨੂੰ ਸ਼ੇਪ ਦਿੰਦਾ ਆ। ਜਿਹੜੀ ਮੇਰੀ ਸੰਗਤ ਆ ਉਹ ਐਕਚੁਅਲ ਲੈਵਲ 'ਤੇ ਮੇਰੀ ਡੈਸਟਨੀ ਤੈਅ ਕਰਦੀ ਹੈ। ਜੇ ਮੈਂ ਚਾਹੁੰਦਾ ਮੇਰੀ ਡੈਸਟਨੀ ਠੀਕ ਹੋਏ, ਆਈ ਸ਼ੁੱਡ ਪੇ ਅਟੈਂਸ਼ਨ ਟੂਵਰਡ ਮਾਈ ਕੰਪਨੀ। ਵਟ ਕਾਈਂਡ ਆਫ ਐਸੋਸੀਏਸ਼ਨ ਆਈ ਹੈਵ ਇਨ ਮਾਈ ਸਰਾਊਂਡਿੰਗਸ। I really want to see my final destiny as actually at a glorious point, then definitely I should work toward my people of who are actually coming in my association, ਜਿਹੜੇ ਮੇਰੀ ਸਾਂਝਾਂ 'ਚ ਆ ਰਹੇ ਹੈਗੇ ਨੇ। ਸੋ ਇਹ ਜਿਹੜਾ ਰੂਪ ਆ ਇਹ ਹੈ ਜੋ ਗੁਰ ਕਹੈ ਸੋਈ ਭਲ ਮਾਨੋ। ਇਹਨੂੰ ਧਿਆਨ ਕਿਉਂ ਨਹੀਂ ਦਿੰਦਾ? ਬੰਦਾ ਦੁੱਖ ਭੋਗ ਰਿਹਾ, ਕੋਸ ਵੀ ਰਿਹਾ, ਪਰ ਸਮਝ ਨਹੀਂ ਰਿਹਾ ਕਿ ਹੋ ਕੀ ਰਿਹਾ। ਗੁਰੂ ਸਾਹਿਬ ਕਹਿੰਦੇ ਕਰਤਾਰ ਨੇ ਤੈਨੂੰ ਜ਼ਿੰਦਗੀ ਦਿੱਤੀ, ਜੀਵਨ ਬਖਸ਼ਿਆ, ਸਵਾਸ ਬਖਸ਼ ਰਿਹਾ, ਤੇ ਉਹਦਾ ਦਾ ਸੁਭਾਅ ਕੀ ਆ? ਉਹ ਤੇ ਖਿਮਾ ਕਰਨ ਵਾਲਾ। ਰੱਬ ਜੀ ਆਲਮਾਈਟੀ ਇਜ਼ ਫੁੱਲ ਵਿਦ ਫੋਰਗਿਵਨੈਸ। ਉਹ ਤੇ ਹਰ ਪਲ ਗੁਨਾਹ ਦੇਖਦਾ, ਸਾਡੇ ਮਾਫ ਕਰੀ ਜਾਂਦਾ। ਇਸੇ ਕਰਕੇ ਜੀਵਨ ਚੱਲੀ ਜਾਂਦਾ। ਅਦਰਵਾਈਜ਼ ਬੰਦਾ ਤੇ ਪੈਰ ਤੇ ਮਿਸਟੇਕਸ ਕਰੀ ਜਾ ਰਿਹਾ ਤੇ ਉਹ ਇਹੀ ਮੌਕਾ ਦੇ ਰਿਹਾ ਹੈ ਵੀ ਕੋਈ ਗੱਲ ਨਹੀਂ, ਅਗਲਾ ਪਲ ਸੁਧਾਰਦਾ। ਮੈਂ ਛੋਟਾ ਜਿਹਾ ਇੱਕ ਲਿਟਰੇਚਰ 'ਚ ਐਗਜ਼ਾਮਪਲ ਦੇ ਦੇਣਾ, ਫਿਲਾਸਫਿਕਲੀ ਗੱਲਾਂ ਭਾਰੀਆਂ ਹੋ ਜਾਂਦੀਆਂ। ਭਾਰਤੀ ਲਿਟਰੇਚਰ 'ਚ ਇੱਕ ਐਗਜ਼ਾਮਪਲ ਮਿਲਦੀ ਹੈ ਕਿ ਰਵਿੰਦਰਨਾਥ ਟੈਗੋਰ ਉਹ ਇੱਕ ਵਾਰੀ ਆਪਣੇ ਆਸ਼ਰਮ ਵਿੱਚ ਬੈਠਾ ਸੀਗਾ ਸ਼ਾਂਤੀ ਨਿਕੇਤਨ ਵਿੱਚ, ਅਤੇ ਉਹਦਾ ਕੋਈ ਮਿੱਤਰ ਮਿਲਣ ਵਾਸਤੇ ਆ ਗਿਆ। ਉਹਨਾਂ ਦਿਨਾਂ ਦੇ ਵਿੱਚ ਬੰਗਾਲ ਦੇ ਵਿੱਚ ਇੱਕ ਕਮਿਊਨਿਸਟ ਮੂਵਮੈਂਟ ਵੀ ਚੱਲ ਰਹੀ ਸੀ ਵੱਡੇ ਲੈਵਲ 'ਤੇ, ਕਿਉਂਕਿ ਜਿਹੜਾ ਮਾਰਕਸਿਜ਼ਮ ਅਤੇ ਲੈਨਿਨਿਜ਼ਮ 'ਤੇ ਬੜਾ ਵੱਧ ਰਿਹਾ ਸੀਗਾ। ਐਂਡ ਡੈਫੀਨੇਟਲੀ ਦੋਜ਼ ਪੀਪਲ ਵਰ reading or writing all these things where they think that society is everything, we should work toward humans' betterment, human beings' welfare, all these things. But at the same time ਮਾਰਕਸ ਦਾ ਵੱਡਾ ਕੌਨਸੈਪਟ ਇਹ ਵੀ ਸੀਗਾ ਕਿ ਰਿਲੀਜਨ ਇਜ਼ ਬੋਕਸ। ਰਿਲੀਜੀਅਸ ਜਿਹੜਾ ਇਹ ਸਾਰਾ ਦਾ ਸਾਰਾ ਕਲਚਰ ਹੈ ਖਤਮ ਹੋਣਾ ਚਾਹੀਦਾ, ਬਿਕੋਜ਼ ਇਹ ਬੜਾ ਵੱਡਾ ਨੁਕਸਾਨ ਕਰਦਾ ਪਿਆ। ਸੋ ਲੋਕ ਉਸ ਤਰੀਕੇ ਦੇ ਨਾਲ ਫਿਰ ਉਹੋ ਜਿਹੇ ਐਟੀਟਿਊਡ ਦੇ ਨਾਲ, ਉਹੋ ਜਿਹੀ ਸੋਚ ਨਾਲ ਜੀਂਦੇ ਸੀਗੇ। ਉਹ ਸਵੇਰੇ ਆਇਆ ਕਿਤੇ ਟੈਗੋਰ ਦੇ ਕੋਲ, ਅਤੇ 2-4 ਗੱਲਾਂ ਬਾਤਾਂ ਕੀਤੀਆਂ, ਅਤੇ ਟੈਗੋਰ ਨੂੰ ਕਹਿੰਦਾ ਗੱਲ ਇਹ ਹੈ ਕਿ ਠਾਕੁਰ ਸਾਹਿਬ ਤੁਸੀਂ ਯੂ ਬਿਲੀਵ ਇਨ ਗੋਡ, ਤੂੰ ਰੱਬ ਨੂੰ ਮੰਨਣਾ? ਕਹਿੰਦਾ ਹਾਂ। ਕਹਿੰਦਾ ਤੂੰ ਇਹ ਮੰਨਣਾ ਕਿ ਜਿਹੜਾ ਬੰਦਾ ਆ ਰੱਬ ਦੀ ਕ੍ਰੀਏਸ਼ਨ ਆ? ਕਹਿੰਦਾ ਹਾਂ ਇਹ ਵੀ। ਕਹਿੰਦਾ ਗੱਲ ਇਹ ਹੈ ਕਿ ਜੇ ਵਾਕਿਆ 'ਚ ਇਹ ਬੰਦਾ ਰੱਬ ਦੀ ਕ੍ਰੀਏਸ਼ਨ ਆ ਅਤੇ ਰੱਬ ਬੰਦੇ ਨੂੰ ਬਣਾ ਕੇ ਤੇ ਬੜਾ ਤੰਗ ਹੋਇਆ ਹੋਣਾ, ਬੜਾ ਦੁਖੀ ਹੋਣਾ। ਕਹਿੰਦੇ ਏਡੇ ਮਾੜੇ ਬੰਦੇ, ਇੱਕ ਨੂੰ ਛੱਡੋ ਦੂਜੇ ਨੂੰ ਫੜੋ ਉਦੋਂ ਮਾੜਾ, ਤੀਜੇ ਨੂੰ ਫੜੋ ਉਦੋਂ ਮਾੜਾ ਹੀ ਮਾੜਾ। ਕਹਿੰਦਾ ਬਸ ਚੰਗਾ ਕੋਈ ਲੱਭਦਾ ਹੀ ਨਹੀਂ, ਕੋਈ ਹਾਲ ਥੋੜ੍ਹਾ।
ਜਦੋਂ ਉਹਨੇ ਆਹ ਗੱਲ ਕਹੀ ਤੇ ਕਿਸੇ ਨੇ ਤੰਗ ਕੀਤਾ ਹੋਣਾ, ਕਿਸੇ ਨੇ ਕੋਈ ਧੱਕਾ ਕੀਤਾ ਹੋਣਾ, some kind of actually experience that individual might have with some of his own folks, his own actually friend circle, his own people. ਹੁਣ ਉਹ ਇਸ ਸਾਰੇ ਐਕਸਪੀਰੀਅੰਸ ਵਿੱਚੋਂ ਬੋਲ ਰਿਹਾ। ਟੈਗੋਰ ਦੀ ਬਾਤ ਬੜੇ ਧਿਆਨ ਨਾਲ ਸੁਣ ਕੇ ਕਹਿੰਦਾ ਮੈਂ ਤੇਰੀ ਗੱਲ ਸੁਣਦਾ ਵਾਂ, ਸਮਝਦਾ ਵੀ ਹਾਂ, ਪਰ ਮੈਨੂੰ ਨਹੀਂ ਲੱਗਦਾ ਕਿ ਰੱਬ ਨਿਰਾਸ਼ ਹੋ ਗਿਆ ਹੋਣਾ। ਬੰਦੇ ਮਾੜੇ ਨੇ 'ਚ ਕੋਈ ਸ਼ੱਕ ਨਹੀਂ ਹੈਗਾ, ਰੋਜ਼ ਅਸੀਂ ਵੇਖਦੇ ਹਾਂ ਮਾੜੇ ਤੋਂ ਮਾੜੇ ਬੰਦੇ ਮਿਲਦੇ, ਬਟ ਰੱਬ ਨਾਰਾਜ਼ ਹੋ ਗਿਆ ਹੋਣਾ ਐਸਾ ਨਹੀਂ ਗਾ। ਉਹਦਾ ਫਿਰ ਜਿਹੜਾ ਆਇਆ ਮਿੱਤਰ ਹੈ ਮਿਲਣ ਵਾਸਤੇ ਕਮਿਊਨਿਸਟ, ਉਹ ਕਹਿੰਦਾ ਹੈ ਹਾਊ ਕੈਨ ਯੂ ਸੇ ਇਨ ਦੈਟ ਐਕਚੁਅਲੀ ਇਨ ਦੈਟ ਸ਼ੋਰਫੁਲ ਲੈਵਲ ਤੋਂ ਤੈਨੂੰ ਇੰਨੀ ਸ਼ੋਰਟੀ ਕਿੱਦਾਂ ਹੈਗੀ। ਉਹ ਕਹਿੰਦਾ ਉਹਦਾ ਰੀਜ਼ਨ ਇਹ ਹੈ ਕਿ ਮੈਂ ਅੱਜ ਵੀ ਦੇਖਦਾ ਵਾਂ ਕਿ ਕੁਦਰਤ ਬੰਦੇ ਦੀ ਨਵੀਂ ਜਨਰੇਸ਼ਨ, ਨਵੀਂ ਉਪਜ ਭੇਜ ਰਹੀ ਹੈ ਧਰਤੀ 'ਤੇ ਲਗਾਤਾਰ, ਹਰ ਰੋਜ਼ ਨਵੇਂ ਜੀਵਨ ਆ ਰਹੇ ਨੇ। ਉਹ ਅੱਜ ਵੀ ਇਹ ਮੌਕਾ ਦੇ ਰਿਹਾ ਇਨਸਾਨ ਨੂੰ, ਇਨਸਾਨ ਤੂੰ ਭਲਾ ਹੋ ਜਾ, ਅੱਜ ਵੀ ਮੌਕਾ ਮਿਲ ਰਿਹਾ। ਸੋ ਇਹ ਸਾਰੇ ਦੀ ਸਾਰੀ ਜਿਹੜੀ ਹੈ ਬਲੈਸਿੰਗ ਹੈ। ਜਿਸ ਇਸ ਲੈਵਲ 'ਤੇ ਦੇਖੀਏ, ਬੰਦਾ ਸਿਰਫ ਇਹ ਹੈ ਥੋੜ੍ਹਾ ਜਿਹਾ ਧਿਆਨ ਦੇ, ਥੋੜ੍ਹਾ ਜਿਹਾ ਅਵੇਅਰ ਹੋਏ। ਗੁਰੂ ਕਹਿ ਰਿਹਾ ਹੈ ਇਸ ਲਾਅ ਆਫ ਕਾਜ਼ਮੋ ਦੇ ਅਗੇਂਸਟ ਜਾ ਕੇ ਕੁਛ ਨਹੀਂ ਮਿਲਣਾ ਤੈਨੂੰ ਸਿਵਾਏ ਦੁੱਖ ਤੋਂ। ਇਹਨੂੰ ਸਮਝ, ਹੁਕਮ ਸਮਝ, ਹੁਕਮ ਦੇ ਮੁਤਾਬਕ ਚੱਲ। ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਗੁਰਮੁਖ ਰੱਖਣਹਾਰ, ਜਿਹੜੇ ਗੁਰੂ ਵੱਲ ਮੂੰਹ ਕਰਦੇ ਉਸ ਅਸੂਲਨ ਬਾਤ ਨੂੰ, ਗੁਰੂ ਨਾ ਹੁਕਮ ਦਾ ਵੀ ਹੈ ਇੱਥੇ, ਉਸ ਨੂੰ ਸਮਝਦੇ, ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਦੇ, ਉਹਨਾਂ ਦਾ ਰਾਖਾ ਬਣਦਾ ਤੂੰ ਅਕਾਲ ਪੁਰਖ ਜੀ। ਤੂੰ ਗੁਰਮੁਖ ਰੱਖਣਹਾਰ, ਹਰ ਨਾਮ ਧਿਆਈ ਹੈ, ਹਰ ਵਕਤ ਸੁਰਤ 'ਚ ਨਾਮ ਦੇ ਟਿਕਾ ਰਹਿੰਦਾ ਆ। ਨਾਮ ਦੇ 'ਚ ਟਿਕਾ ਰਹਿਣਾ, ਨਿਰਮਲ ਪੈ ਭਾਵ ਵਿੱਚ ਰਹਿਣਾ, ਇਹ ਮਹਿਸੂਸ ਰੱਖਣਾ ਚੰਗਾ ਕਰਾਂਗੇ ਚੰਗਾ ਆਵੇਗਾ, ਮਾੜਾ ਕਰਾਂਗੇ ਮਾੜਾ ਆਵੇਗਾ। ਇਹ ਨਾਮ ਹੈ। ਨਾਮ ਇਹ ਦੱਸ ਰਿਹਾ ਹੈ ਜਿਹਾ ਬੀਜੈ ਸੋ ਲੂਣਾ ਕਰਮਾ ਸੰਧੜਾ ਖੇਤ, ਬੀਜੇ ਹੋਏ ਖੇਤ ਵੱਢ ਰਹੇ ਹਾਂ। ਕਈ ਵਾਰ ਬੰਦਾ ਬਹੁਤ ਚੰਗੀਆਂ ਚੀਜ਼ਾਂ ਬੀਜ ਦਿੰਦਾ ਤੇ ਬੀਜ ਕੇ ਇਤਨਾ ਕੁ ਟਾਇਰਡ ਹੋ ਜਾਂਦਾ ਕਿ ਉਹਨੂੰ ਪਾਣੀ ਲਾਣਾ ਹੀ ਭੁੱਲ ਜਾਂਦਾ। We do like that. We do so many good things, but at the same time there are few things which we never pay attention. These things are also important, and ਉਹਨਾਂ 'ਚ ਅਸੀਂ ਧਿਆਨ ਨਹੀਂ ਦਿੰਦੇ। ਦੈਨ ਬਾਅਦ 'ਚ ਕਹਿੰਦੇ ਆਹ ਕਿਵੇਂ ਹੋ ਗਿਆ। ਠੀਕ ਹੈ ਭਾਈ, ਤੂੰ ਪਾਠ ਕੀਤਾ, ਤੂੰ ਗੁਰਦੁਆਰਾ ਸਾਹਿਬ ਆਇਆ, ਤੂੰ ਲੰਗਰ ਦੀ ਸੇਵਾ ਕੀਤੀ, ਕੁਛ ਚੀਜ਼ਾਂ ਕੀਤੀਆਂ। ਹਾਊ ਅਬਾਊਟ ਯੂਰ ਸੈਲਫ ਕੇਅਰ, ਉੱਤੇ ਧਿਆਨ ਨਹੀਂ ਦਿੱਤਾ। ਹਾਊ ਅਬਾਊਟ ਯੂਰ ਰਿਲੇਸ਼ਨਸ਼ਿਪ ਡੀਲਿੰਗ, ਉੱਤੇ ਧਿਆਨ ਨਹੀਂ ਦਿੱਤਾ। ਹਾਊ ਅਬਾਊਟ ਸਮ ਕਾਈਂਡ ਆਫ ਐਕਚੁਅਲੀ ਜਿਹੜਾ ਤੇਰਾ ਓਨੈਸਟ ਲੈਵਲ ਆ ਜੀਣ ਦਾ, ਹੋਰ ਚੀਜ਼ਾਂ, ਛੋਟੀਆਂ ਛੋਟੀਆਂ ਚੀਜ਼ਾਂ। ਜੇ ਬੀਜਤਾ, ਬੂਟੇ ਲਾ ਤੇ ਪਾਣੀ ਪਾਣਾ ਭੁੱਲ ਗਿਆ। ਜਿਵੇਂ ਕਿਸੇ ਨੇ ਗਾਰਡਨ ਲਾਈ, ਗਾਰਡਨ ਲਾ ਕੇ ਲੈ ਫਲਾਣੇ ਦੀ ਗਾਰਡਨ ਤੇ ਇੰਨੀ ਉਤਰ ਰਹੀ ਹੈ, ਆਪਾਂ ਬੜੀ ਲਾਈ ਸੀਗੀ, ਆਪਣੀ ਉਤਰੀ ਨਹੀਂ ਭਾਈ, ਪਾਣੀ ਪਾਇਆ ਸੀ, ਗੋਡੀ ਕੀਤੀ ਸੀ। ਜਦੋਂ ਕੋਈ ਜਾਨਵਰ, ਕੋਈ ਰੈਬਿਟ, ਕੋਈ ਸਕੰਕ ਕੁਝ ਖਾ ਰਿਹਾ ਸੀਗਾ, ਉਹਦੀ ਧਿਆਨ ਦਿੱਤਾ ਸੀਗਾ। ਇਫ ਯੂ ਹੈਵਨਟ ਪੇਡ ਅਟੈਂਸ਼ਨ ਟੂਵਰਡ ਦੈਟ ਸਾਈਡ, ਦੈਨ ਡੈਫੀਨੇਟਲੀ ਯੂ ਕੈਨ ਨਾਟ ਕੰਪਲੇਨ। ਕਿਉਂਕਿ ਕੰਪਲੇਨ ਤਾਂ ਕਰਨਾ ਤੂੰ ਜੇ ਤੂੰ ਉਹ ਸਾਰੇ ਕੰਮ ਨੂੰ ਪ੍ਰੋਪਰ ਕੀਤਾ। ਤੇ ਇਹੀ ਹੈ ਇੱਥੇ ਸਾਹਿਬ ਨੇ ਕਿਹਾ ਨਾਮ ਧਿਆਈ ਹੈ। ਨਾਮ ਵਿੱਚ ਧਿਆਨ ਰੱਖਣਾ, ਹਰ ਵਕਤ ਅਹਿਸਾਸ ਵਿੱਚ ਰੱਖਣਾ ਮੇਰੇ ਹਰ ਅਮਲ ਦੇ, ਮੇਰੇ ਹਰ ਕਰਮ ਤੇ, ਮੇਰੇ ਹਰ ਐਕਸ਼ਨ ਦੇ ਉੱਤੇ ਉਹਦੀ ਨਜ਼ਰ ਹੈ ਉਸ ਰੂਪ ਦੇ ਵਿੱਚ। ਅਗਲਾ ਬਚਨ ਲਿਖ ਰਿਹਾ ਸਾਹਿਬ ਨੇ, ਮੇਲੇ ਤੁਝੇ ਰਜ਼ਾਏ ਸ਼ਬਦ ਕਮਾਈ ਹੈ। ਮਹਾਰਾਜ ਤੇਰੀ ਰਜ਼ਾ ਵਿੱਚ ਰਾਜ਼ੀ ਰਹਿਣਾ, ਤੁਸੀਂ ਇਹ ਦੱਸ ਰਹੇ ਹੋ, ਸਾਰੇ ਸ਼ਬਦ ਦਾ ਲੱਭੋ ਲਬਾਬੇ ਹੀ ਨਿਕਲ ਰਿਹਾ ਹੈਗਾ। ਪਰ ਇਹ ਜਿਹੜਾ ਮੇਲੇ ਤੁਝੇ ਰਜ਼ਾਏ, ਜੋ ਤੇਰੀ ਰਜ਼ਾ ਆ ਉਹਦੇ 'ਚ ਮੈਂ ਮਿਲ ਜਾਵਾਂ, ਮਰਜ ਹੋ ਜਾਵਾਂ, ਮੇਰੀ ਮਰਜ਼ੀ ਤੇ ਤੇਰੀ ਮਰਜ਼ੀ ਇੱਕ ਹੋ ਜਾਏ। ਕਿਆ ਕਮਾਲ ਹੈ। ਬੰਦੇ ਦੀ ਲੜਾਈ ਇਹ ਨਾ ਵੀ ਰੱਬ ਦੀ ਮਰਜ਼ੀ ਕੁਝ ਹੋਰ ਹੈ, ਮੇਰੀ ਮਰਜ਼ੀ ਕੁਝ ਹੋਰ ਹੈ। ਮੇਰੀ ਮਰਜ਼ੀ ਹੁੰਦੀ ਨਹੀਂ। ਜਦੋਂ ਮੇਰੀ ਮਰਜ਼ੀ ਨਹੀਂ ਹੁੰਦੀ, ਜੋ ਮੇਰੀ ਮਰਜ਼ੀ ਨਹੀਂ ਹੋ ਰਹੀ, ਇਹੀ ਗਮ ਹੈ, ਇਹੀ ਗਮੀ ਹੈ ਕਿ ਉਹ ਹੋ ਜੀੜਾ ਅਗਨ ਬਰਾਬਰ ਤਪੈ ਭੀਤਰ ਵੱਗੈ ਕਾਂਤੀ। ਅੰਦਰ ਅੱਗ ਬਲਦੀ ਹੈ, ਭਾਂਬੜ ਮੱਚਦੇ ਨੇ। ਉਹ ਮੈਂ ਆਹ ਚਾਹੁੰਦਾ ਸੀ, ਐਵੇਂ ਕਿਉਂ ਨਹੀਂ ਹੋਇਆ। ਇਸ ਤਰੀਕੇ ਨਾਲ ਹੋ ਜਾਣਾ ਚਾਹੀਦਾ ਸੀਗਾ, ਜਿੱਥੇ ਪਤਾ ਲੱਗੇ ਵੀ ਮੇਰੀ ਤੇ ਉਹਦੀ ਮਰਜ਼ੀ ਇੱਕ ਹੋ ਗਈ। ਇੰਨਾ ਅਵੇਅਰ ਹੋ ਜਾਏ ਬੰਦਾ, ਤੇ ਮਦਰ ਨੇਚਰ ਦੇ ਲਾਅ ਨੂੰ ਸਮਝਦਿਆਂ ਬੰਦਾ ਜਿਹੜਾ ਨਾ ਹੋ ਵੀ ਜਾਂਦਾ। ਇਹ ਵੀ ਸੱਚ ਹੈ। ਸਹੀ ਰੂਪ ਦੇ 'ਚ ਆਪਣੇ ਆਪ ਨਾਲ ਵੀ ਫਿਰ ਅਨਜਸਟਿਸ ਨਹੀਂ ਕਰਦਾ। ਉਹਨੂੰ ਪਤਾ ਲੱਗ ਜਾਂਦਾ ਹੈ ਮੇਰੀ ਕੈਪੈਸਿਟੀ ਕੀ ਹੈ, ਮੇਰੀ ਸਟਰੈਂਥ ਕੀ ਹੈ, ਮੇਰੀ ਵੀਕਨੈਸ ਕੀ ਹੈ। ਉਹੋ ਜਿਹੇ ਇਨਵਾਇਰਮੈਂਟ ਨੂੰ ਫਿਰ ਸਿਰਜਦਾ, ਉਹੋ ਜਿਹੇ ਆਲਾ ਦੁਆਲਾ ਬਣਾਉਣਾ ਸ਼ੁਰੂ ਕਰ ਦਿੰਦਾ ਹੈਗਾ।
यही बंदे की असली सही लैवल पर भगती है। ये चीज़ आ जाए, साहब ने कहा मेल तुझे रजाए, मैं तेरी रजा में जाके मिल जावां, मेरी मर्जी तेरी मर्जी च जाके जी हैगी है मर्ज हो जाए दाता। शब्द कमाई है, तरस कर मेरे ते मैं हो जाए शब्द कमा लवां। ऐसा शुरू सीगा, बिन बूझे सब दुख दुख कमावना, मैं दुख ना कमावां शब्द कमावां। इसनूं थोड़ा होर जे मैं फरदर जिहड़ा है एक्सप्लेन करा तो इस तरह जानो, गुरु साहब की बाणी के बचन ने भी पोथी पुराण कमाई है। हुण सानू बीइंग ए सिख ग्रंथ साहब दिता आ, ग्रंथ साहब काहदे लई दिता सानू? असीं इहनूं आके सिजदा करते हैं, सीस नवाउने हाँ, असीं इहदी परिक्रमा करते हैं। दैट इज़ ऑल एक्चुअली वी आर पेइंग रिस्पैक्ट टूवर्ड दिस हाईएस्ट अथॉरिटी। पर जे इहदे नाल नाता बनाउणा है तो फिर किवें होएगा? पोथी पुराण कमाई है, इनू पढ़ना पएगा, इनू सुनना पएगा, इनू समझना पएगा। ये चीज़ करे ना, किसी को पारस दे दियो तो उन्होंने कोई पारस कमाल है, जेड़ी मर्जी धात है, पित्तल है, तांबा या लोहा या कोई चीज़ है सोना बना देगी। वो कहे जी कमाल है, बड़ी वधिया चीज़ है, पर बनाएगी किवें? जदों धात उहदे नाल टच करेगी। इत्थे क्या शब्द गुरु सुरत धुन चेला, सुरत तेरी स्रोत ते सुरत उहदे च मर्ज हो जाए तो उहदे नाल जिहड़ी तू उहदे मैसेज नूं परसीव करें, then you can see some kind of miraculous thing. Otherwise बंदा जिवें आम करके हुंदा भी बस एक आर्टिकल या हाईएस्ट रिस्पैक्ट का बस इन्ना ही हैगा। गुरु बाबा जी ने कहा शब्द कमाई है, पोथी पुराण कमाई है, यदि कमाई करी। फिर के शब्द होर मेरा पौवटी यतन पाई है, सच बूझण आण जलाई है, ये तेल दीवा इयों जला है, कर चानन साहिब तो मिला। इनलाइटमेंट आ जाएगी, रोशनी, नजरियाब हो जाएगा। यू कैन बी ए विजनरी फॉर योर ओन सेल्फ एंड एज वेल एज फॉर अदर्स। जिन्होंने कहा गया कि आप जपै अवर है नाम जपावै, उस कॉन्सैप्ट आ जाएगा। ये 2 नंबर पता सी जिहड़ा असीं विचार रहे से शब्द का अंग हैगा 752 752। समटाइम्स संगत आस्क मी भाई साहब कैन यू प्लीज़ टेल अस अंग 2 बिकॉज वी वांट टू रीड दो शब्द बाय आवरसेल्व्स एंड दैट्स ए गुड एक्सरसाइज। उस रूप दे विच अगे शब्द दे 6 पदे रहिंदे ने जिन्हां दी विवेचना आउंदे समय च करांगे। अज वास्ते समय ने अपना सफ़र मुका दिता है, मैं इत्थे समाप्ति करा। वाहिगुरू जी का खालसा, वाहिगुरू जी की फतेह।